जी। ਸੁਣੀਏ ਗੁਰਾਂ ਦਾ ਸ਼ਬਦ ਰੂਪੀ ਗਿਆਨ। ਪੰਨਾ 747 ਤੇ ਪੰਜਵੇਂ ਪਾਤਸ਼ਾਹ ਜੀ ਫਰਮਾ ਰਿਹਾ, ਕਹਿੰਦੇ ਕਰਮ ਧਰਮ ਪਖੰਡ ਜੋ ਦੇਸ ਹੈ, ਤਿੰਨ ਜਮ ਜਗਾਤੀ ਲੁੱਟੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਿਤ ਜਿਤ ਛੂਟੇ। ਗੁਰੂ ਜੀ ਸਾਨੂੰ ਸਮਝਾ ਰਿਹਾ ਕਿ ਧਰਮ ਦੇ ਨਾਮ ਤੇ ਜੋ ਪਖੰਡੀ ਰਸਮਾਂ ਕਰਨੀਆਂ ਨੇ, ਕਰਮ ਧਰਮ ਪਖੰਡ ਜੋ ਦਿਸੇ, ਤਿੰਨ ਜਮ ਜਗਾਤੀ ਲੁੱਟੇ, ਉਹਨਾਂ ਰਸਮਾਂ ਦਾ, ਵਹਿਮਾਂ ਭਰਮਾਂ ਵਾਲੀਆਂ ਰਸਮਾਂ ਦਾ ਜੋ ਡਰ ਹੈ, ਸਾਡੇ ਆਤਮਿਕ ਸੁੱਖ ਨੂੰ ਲੁੱਟ ਲੂ। ਉਹ ਇਹ ਸਮਝਾ ਰਹੇ ਆ। ਕਰਮ ਧਰਮ ਪਖੰਡ ਜੋ ਦਿਸੇ ਹੈ, ਤਿੰਨ ਜਮ ਜਗਾਤੀ ਲੁੱਟੇ। ਇੱਕ ਤਾਂ ਜੋ ਵਹਿਮ ਭਰਮਾਂ ਦੇ ਵਿੱਚ ਸਾਨੂੰ ਪਾ ਦਿੰਦੇ ਆ ਵੀ ਇੰਨੇ ਪੈਸੇ ਦੇ ਕੇ ਐਂ ਕਰਾ ਲਓ, ਐਂ ਕਰਾ ਲਓ, ਸਾਡੇ ਪੈਸੇ ਦਾ ਵੀ ਨੁਕਸਾਨ ਕਰਾਉਂਦੇ ਆ, ਵਹਿਮ ਭਰਮਾਂ ਦਾ ਵੀ ਸਾਨੂੰ ਡਰ ਪਾ ਦਿੰਦੇ ਆ। ਇਹ ਗੱਲਾਂ ਸਾਡੇ ਆਤਮਿਕ ਸੁੱਖ ਨੂੰ ਲੁੱਟ ਲੈਣਗੀਆਂ। ਪੰਜਵੀਂ ਪਾਤਸ਼ਾਹ ਜੀ ਸਮਝਾਉਂਦੇ ਆ ਸਾਨੂੰ ਸਦੀਆਂ ਪਹਿਲਾਂ, ਕਹਿੰਦੇ ਕਰਮ ਧਰਮ ਪਖੰਡ ਜੋ ਦਿਸ ਹੈ, ਤਿੰਨ ਜਮ ਜਗਾਤੀ ਲੁੱਟੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਿਤ ਜਿਤ ਛੂਟੇ। ਨਿਰਵਾਣ ਮੁਕਤੀ ਕਰਾਉਣ ਵਾਲਾ, ਪਰਮ ਗਤੀ ਦੇਣ ਵਾਲਾ ਪਰਮਾਤਮਾ ਦਾ ਨਾਮ ਹੈ। ਇੱਕ ਹੁੰਦਾ ਨਿਰਮਾਣ, ਇਹ ਹੈ ਨਿਰਵਾਣ, ਪਰਮ ਗਤੀ ਦੇਣ ਵਾਲਾ। ਨਿਰਮਾਣ ਹੁੰਦਾ ਜਿਸ ਤਰ੍ਹਾਂ ਕਿਸੇ ਬਿਲਡਿੰਗ ਦੀ ਨੀਂਹ ਰੱਖਣੀ, ਕੋਈ ਬਿਲਡਿੰਗ ਉਸਾਰੀ ਕਰ ਲੈਣੀ, ਨਿਰਮਾਣ। ਨਿਰਮਾਣ ਮੰਮੀ ਨੂੰ ਕੰਨਾ ਨਾ ਮਾਣ, ਇਹ ਹੈ ਨਿਰਵਾਣ, ਪਰਮ ਗਤੀ ਦਿਵਾਉਣ ਵਾਲਾ, ਇਸ ਆਤਮਿਕ ਸੁੱਖ ਦੇਣ ਵਾਲਾ, ਇੱਥੇ ਮਾਇਆ ਦੇ ਝਮੇਲਿਆਂ ਤੋਂ ਮੁਕਤੀ ਕਰਾਉਣ ਵਾਲਾ, ਪਰਲੋਕ ਵਿੱਚ ਵੀ ਸਾਡੀ ਆਤਮਾ ਨੂੰ ਮੁਕਤ ਕਰਵਾਉਣ ਵਾਲਾ ਪਰਮਾਤਮਾ ਦਾ ਨਾਮ ਹੈ। ਇਸ ਕਰਕੇ ਫਰਮਾਉਂਦੇ ਆ ਨਾ, ਕਹਿੰਦੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਿਤ ਜਿਤ ਛੂਟੇ। ਨਿਮਖ ਭਾਵੇਂ ਪਲ ਭਰ ਵੀ ਉਸ ਮਾਲਿਕ ਦਾ ਜਸ ਗਾਵੋ, ਆਤਮਾ ਤੋਂ ਪ੍ਰੇਰਿਤ ਹੋ ਕੇ, ਆਤਮਿਕ ਸੂਝ ਪਾ ਕੇ, ਜਿੱਥੇ ਸਾਨੂੰ ਕਿਸੇ ਕਰਮ ਕਾਂਡ ਦੀ ਲੋੜ ਨਹੀਂ ਹੈਗੀ। ਫਿਰ ਫਰਮਾਉਂਦੇ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਪੰਨਾ 1043 ਤੇ, ਕਹਿੰਦੇ ਪਖੰਡ ਧਰਮ ਪ੍ਰੀਤ ਨਹੀਂ ਹਰਸੋ, ਗੁਰ ਸ਼ਬਦ ਮਹਾ ਰਸ ਪਾਇਆ, ਕੁਦਰਤ ਦੇਖ ਰਹੇ ਮਨ ਮਾਨਿਆ, ਗੁਰ ਸ਼ਬਦੀ ਸਭ ਵਰਾਹਮ ਪਛਾਨਿਆ। ਗੁਰ ਸ਼ਬਦੀ ਸਭ ਵਰਾਹਮ ਪਛਾਨਿਆ। ਬ੍ਰਹਮ ਹੁੰਦਾ ਪਰਮਾਤਮਾ। ਪਖੰਡ ਧਰਮ, ਧਰਮ ਦੇ ਨਾਮ ਤੇ ਪਖੰਡ ਕਰਨ ਦੇ ਨਾਲ ਸਾਡੀ ਉਸ ਮਾਲਕ ਨਾਲ ਕੋਈ ਪ੍ਰੀਤ ਨਹੀਂ ਪੈ ਸਕਦੀ। ਪਖੰਡ ਧਰਮ ਪ੍ਰੀਤ ਨਹੀਂ ਹਰਸੋ, ਸੌ ਹੁੰਦਾ ਨਾਲ, ਕੋਈ ਪ੍ਰੀਤ ਨਹੀਂ। ਗੁਰ ਸ਼ਬਦ ਮਹਾ ਰਸ ਪਾਇਆ, ਮਹਾ ਬਹੁਤ ਹੀ ਆਨੰਦ ਆਉਂਦਾ ਗੁਰਾਂ ਦੇ ਸ਼ਬਦ ਗਿਆਨ ਨੂੰ ਸਮਝ ਕੇ, ਉਸ ਪਰਮਾਤਮਾ ਦੀ ਪ੍ਰੇਮ ਭਗਤੀ ਕਰਨ ਦੇ ਨਾਲ, ਜਿੱਥੇ ਸਾਨੂੰ ਕੋਈ ਕਰਮ ਕਾਂਡ ਰਸਮ ਕਰਨ ਦੀ, ਦਿਖਾਵਾ ਕਰਨ ਦੀ ਲੋੜ ਨਹੀਂ। ਇਹ ਗੁਰੂ ਸਾਹਿਬਾਨ ਸਾਨੂੰ ਸਦੀਆਂ ਪਹਿਲਾਂ ਸਮਝਾਉਂਦੇ ਆ। ਫਿਰ ਫਰਮਾਉਂਦੇ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਪੰਨਾ 437 ਤੇ, ਕਹਿੰਦੇ ਕਰਮ ਧਰਮ ਕੀ ਸਾਰ ਨਾ ਜਾਣੇ, ਸੁਰਤ ਮੁਕਤ ਕਿਉਂ ਪਾਈਏ, ਨਾਨਕ ਗੁਰਮੁਖ ਸ਼ਬਦ ਪਛਾਣੇ, ਅਹਨਸ ਨਾਮ ਧਿਆਈਏ। ਗੁਰੂ ਜੀ ਸਮਝਾਉਂਦੇ ਆ ਕਿ ਮਨੁੱਖਾ ਜਨਮ ਪਾ ਕੇ ਇਨਸਾਨ ਉਹ ਸੂਝ ਨਹੀਂ ਪਾਉਂਦਾ ਜਿਸ ਨਾਲ ਅਸੀਂ ਆਪਦਾ ਦੁੱਖਾਂ ਤੋਂ, ਕਲੇਸ਼ਾਂ ਤੋਂ ਮੁਕਤੀ ਪਾ ਲਈਏ, ਆਤਮਾ ਨੂੰ ਮੁਕਤ ਕਰਾ ਲਈਏ, ਉਹ ਜਨਮ ਮਰਨ ਦਾ ਚੱਕਰ ਕੱਟ ਲਈਏ, ਉਹ ਸੂਝ ਨਹੀਂ ਇਨਸਾਨ ਪਾਉਂਦਾ। ਨਾਨਕ ਗੁਰਮੁਖ, ਉਹ ਸੂਝ ਕਿਸ ਤਰ੍ਹਾਂ ਪਾਈ ਜਾਊਗੀ? ਫਿਰ ਸਮਝਾਉਂਦੇ ਦੂਸਰੀ ਲਾਈਨ 'ਚ, ਕਹਿੰਦੇ ਨਾਨਕ ਗੁਰਮੁਖ ਸ਼ਬਦ ਪਛਾਣੇ, ਗੁਰਮੁਖ ਬਣ ਕੇ ਗੁਰਾਂ ਦੀ ਸਿੱਖਿਆ ਲੈ ਕੇ ਸ਼ਬਦ ਪਛਾਣੇ, ਅਹਨਿਸ ਨਾਮ ਧਿਆਈਏ। ਅਹਨਿਸ ਹੁੰਦਾ ਦਿਨ ਰਾਤ ਨਾਮ ਧਿਆਈਏ। ਐ ਨਹੀਂ ਵੀ ਕੰਮ ਕਾਰ ਛੱਡ ਕੇ ਤੁਸੀਂ ਵਾਹਿਗੁਰੂ 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 ਕਰਨ ਬੈਠ ਜਾਓ। ਨਾਮ ਧਿਆਈਏ, ਸੱਚ ਨਾਲ ਪਿਆਰ ਕਰੀਏ, ਸੱਚਾਈ ਨਾਲ ਕੁਦਰਤੀ ਨਿਯਮਾਂ ਨੂੰ ਸਮਝੀਏ, ਉਸ ਮਾਲਕ ਦੀ ਰਚੀ ਕੁਦਰਤ ਨੂੰ ਪਿਆਰ ਕਰੀਏ। ਫਿਰ ਫਰਮਾਉਂਦੇ ਆ
ਪੰਨਾ 1024 ਤੇ ਕਹਿੰਦੇ ਕਰਮ ਧਰਮ ਕਰ ਮੁਕਤ ਮੰਗਾਹੀ, ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ। ਬਿਨ ਗੁਰ ਸ਼ਬਦੇ ਮੁਕਤ ਨਾ ਹੋਈ, ਪਰਪੰਚ ਕਰ ਭਰਮਾਈ ਹੈ। ਪਰਪੰਚ ਦਿਖਾਵੇ ਵਾਲੀਆਂ ਗੱਲਾਂ ਕਰਕੇ ਭਰਮਾਉਣਾ, ਭਰਮਾਂ 'ਚ ਪੈਣਾ। ਗੁਰਾਂ ਦੇ ਸ਼ਬਦ ਗਿਆਨ ਤੋਂ ਬਗੈਰ ਸਾਨੂੰ ਮੁਕਤੀ ਨਹੀਂ ਮਿਲਣੀ। ਇਹ ਦਿਖਾਵੇ ਵਾਲੀਆਂ ਰਸਮਾਂ ਪਰਪੰਚ ਕਰਕੇ ਸਾਨੂੰ ਇਹ ਭਰਮਾਂ 'ਚ ਪਾਉਣ ਵਾਲੀਆਂ ਗੱਲਾਂ ਨੇ, ਇਹ ਨਾ ਕਰੋ। ਗੁਰੂ ਸਾਹਿਬਾਨ ਨੇ ਸਾਨੂੰ ਇਹ ਸਦੀਆਂ ਪਹਿਲਾਂ ਸਮਝਾਉਂਦੇ ਆ। ਕਿਸੇ ਕਰਮ ਕਾਂਡ ਕਰਨ ਦਾ ਕੋਈ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਨਹੀਂ ਦਿੱਤਾ। ਅਸੀਂ ਸ਼ਬਦ ਗਿਆਨ ਨੂੰ ਬਹੁਤ ਪਿੱਛੇ ਛੱਡ ਲਿਆ, ਕਰਮ ਕਾਂਡੀ ਰਸਮਾਂ ਨੂੰ, ਮਨ ਘੜਤ ਕਹਾਣੀਆਂ ਨੂੰ ਬਹੁਤ ਅੱਗੇ ਕੀਤਾ ਹੋਇਆ, ਜਿਨ੍ਹਾਂ ਦਾ ਕੋਈ ਸਬੂਤ ਨਹੀਂ ਵੀ ਇਹ ਸੱਚੀਆਂ ਹੋਣਗੀਆਂ। ਪਖੰਡ 'ਚ ਪਾਉਣ ਵਾਲੀਆਂ, ਗੁਰਦੁਆਰਿਆਂ ਦੇ ਵਿੱਚ ਜਾ ਕੇ ਜੋੜੇ ਸਾਫ਼ ਕਰਨੇ, ਮੱਥੇ ਨੂੰ ਲੱਗ ਜਾਣੇ, ਜੋੜੇ ਸਾਫ਼ ਕਰਕੇ। ਇਹ ਨਹੀਂ ਕਹਿ ਰਹੇ, ਸ਼ਬਦ ਕਹਿ ਰਹੇ ਆ, ਬਾਰ-ਬਾਰ ਸ਼ਬਦ ਕਹਿ ਰਹੇ। ਗੁਰਦੁਆਰੇ ਜਾਵੋ, ਗੁਰਦੁਆਰੇ ਵਾਲਿਆਂ ਨੂੰ, ਬਾਬਿਆਂ ਨੂੰ ਚਾਹੀਦਾ ਸਹੀ ਉਪਦੇਸ਼ ਸਮਝਾਉਣ 'ਚ ਉਹਨਾਂ ਦਾ ਕੀ ਜਾਂਦਾ, ਸਹੀ ਉਪਦੇਸ਼ ਸਮਝਾਉਣ। ਪਖੰਡ ਨਾ ਕਰੋ। ਗੁਰੂ ਸਾਹਿਬਾਨ ਕਹਿੰਦੇ ਅਸੀਂ ਪਖੰਡ ਤੇ ਬਹੁਤ ਜ਼ੋਰ ਦਿੱਤਾ ਹੋਇਆ। 100% ਗ੍ਰੰਥ ਸਾਹਿਬ ਜੀ ਦੀ ਉਲੰਘਣਾ ਕਰੀ ਜਾਂਦੇ ਆ, ਕਰਦੇ ਆਏ ਆ, ਕਰੀ ਜਾਂਦੇ ਆ। ਹੱਦ ਹੋ ਗਈ। ਇਸ ਤਰ੍ਹਾਂ ਦਾ ਗਿਆਨ ਔਰ ਪਾ ਕੇ ਰੇਸ਼ਮੀ ਨੂੰ ਮਾਰ ਲੈ, ਝੱਲਾ ਮਾਰੀ ਜਾਓ। ਹੱਦ ਹੋ ਗਈ। ਕੀ ਕਹਿ ਕੀ ਰਹੇ ਆ, ਸਮਝਣ ਵਾਲੀ ਗੱਲ ਆ। ਫਿਰ ਭਗਤ ਕਬੀਰ ਜੀ ਪੰਨਾ 344 ਤੇ ਫਰਮਾਉਂਦੇ ਆ, ਕਹਿੰਦੇ ਦੁਬਿਧਾ ਮੇਟ ਖਿਮਾ ਗਏ ਰਹੋ, ਕਰਮ ਧਰਮ ਕੀ ਸੂਲ ਨਾ ਸਹੋ। ਕਰਮ ਧਰਮ ਕੀ ਸੂਲ ਨਾ ਸਹੋ, ਵੀ ਮੇਰਾ ਵੱਡਾ ਧਰਮ ਆ, ਤੇਰਾ ਇਹ ਧਰਮ ਆ, ਮੇਰਾ ਉਹ ਧਰਮ ਆ, ਇਹ ਗੱਲਾਂ ਦੀ ਸੂਲ ਨਾ ਸਹੋ। ਇੱਕ ਪਰਮਾਤਮਾ, ਇੱਕੋ ਹੀ ਸੱਚਾ ਧਰਮ ਆ। ਉਸ ਨੂੰ ਆਤਮਾ ਤੋਂ ਪ੍ਰੇਰਿਤ ਹੋ ਕੇ, ਆਤਮਿਕ ਸੂਝ ਪਾ ਕੇ ਉਸ ਦੇ ਨਾਮ ਨੂੰ ਜਪੋ, ਉਸ ਮਾਲਕ ਦੀ ਰਚੀ ਕੁਦਰਤ ਨੂੰ ਪਿਆਰ ਕਰੋ। ਇਹ ਮਨੁੱਖਾ ਜਨਮ ਦਾ ਧਰਮ ਆ। ਗ੍ਰੰਥ ਸਾਹਿਬ ਜੀ ਦਾ ਗਿਆਨ ਇਹ ਸਮਝਾਉਂਦਾ। ਫਿਰ ਪੰਜਵੇਂ ਪਾਤਸ਼ਾਹ ਜੀ ਪੰਨਾ 748 ਤੇ ਫਰਮਾਉਂਦੇ ਆ, ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਹਾਂ ਵਰਨਾਂ ਕੋ ਸਾਂਝਾ। ਚਾਰੇ ਵਰਨਾਂ ਦੇ ਲੋਕਾਂ ਨੂੰ ਅਸੀਂ ਸਾਂਝਾ ਉਪਦੇਸ਼ ਦੇ ਰਹੇ ਹਾਂ। ਇਹ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਆ। ਫਿਰ ਤੀਜੇ ਪਾਤਸ਼ਾਹ ਜੀ ਫਰਮਾਉਂਦੇ ਆ ਪੰਨਾ 430 ਤੇ ਕਹਿੰਦੇ ਭਗਤੀ ਨਿਰਾਲੀ ਅੱਲਾ ਦੀ, ਜਾਪੇ ਗੁਰੂ ਵਿਚਾਰ। ਭਗਤ ਨਿਰਾਲੀ ਅੱਲਾ ਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੱਲਾ ਵੀ ਲਿਖਿਆ, ਰਾਮ ਵੀ ਲਿਖਿਆ। ਰਾਮ ਜੋ ਸਾਰੀ ਜਗਤ ਦੇ ਵਿੱਚ ਰਮਿਆ ਹੋਇਆ ਵਿਆਪਕ ਆ ਪਰਮਾਤਮਾ, ਉਹ ਰਾਮ। ਭਗਤ ਨਿਰਾਲੀ ਅੱਲਾ ਦੀ, ਜਾਪੇ ਗੁਰੂ ਵਿਚਾਰ। ਗੁਰਾਂ ਦੇ ਉਪਦੇਸ਼ ਨੂੰ ਵਿਚਾਰ ਕੇ ਸਮਝ ਦੇ ਵਿੱਚ ਆਉਣੀ ਆ ਸੱਚੀ ਭਗਤੀ ਪਰਮਾਤਮਾ ਦੀ। ਕਿਉਂਕਿ ਕਰਮਕਾਂਡੀ ਰਸਮਾਂ ਕਰਨ ਦੇ ਨਾਲ ਸਾਨੂੰ ਕੋਈ ਆਤਮਿਕ ਸੂਝ ਨਹੀਂ ਆਉਣੀ। ਗੁਰਾਂ ਦੇ ਸ਼ਬਦ ਗਿਆਨ ਨੂੰ ਸਮਝਣ ਨਾਲ ਸਾਨੂੰ ਆਤਮਿਕ ਸੂਝ ਆਉਂਦੀ ਆ, ਜਿਸ ਨਾਲ ਸਾਡਾ ਆਪ ਦਾ ਭਲਾ, ਆਤਮਿਕ ਸੁੱਖ ਆ। ਇਹ ਸਾਨੂੰ ਸਦੀਆਂ ਪਹਿਲਾਂ ਗੁਰੂ ਸਾਹਿਬਾਨ ਵਾਰ ਸਮਝਾਉਂਦੇ ਆ। ਫਿਰ ਫਰਮਾਉਂਦੇ ਆ ਪੰਨਾ 377 ਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਗੁਰ ਕੇ ਸ਼ਬਦ ਬਣਾਵਿਓ ਇਹ ਮਨ। ਬਣਾਵਿਓ, ਸਮਝਾਵੋ ਆਪਣੇ ਮਨ ਨੂੰ ਗੁਰਾਂ ਦੇ ਸ਼ਬਦ ਗਿਆਨ ਦੇ ਨਾਲ। ਫਿਰ ਫਰਮਾਉਂਦੇ ਆ ਫਿਰ ਫਰਮਾਉਂਦੇ ਆ ਪੰਨਾ 680 ਤੇ ਕਹਿੰਦੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਹਿਰਦੇ ਚਰਨ ਸ਼ਬਦ, ਚਰਨ ਸ਼ਬਦ, ਪੈਰ ਨਹੀਂ, ਚਰਨ ਉਹਨਾਂ ਦੇ ਸ਼ਬਦ। ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਆਪਣੇ ਆਪ ਤੇ ਉਦਾਹਰਨ ਦੇ ਕੇ ਸਾਨੂੰ ਸਮਝਾ ਰਿਹਾ ਕਿ ਹੇ ਦਾਸ ਨਾਨਕ, ਗੁਰਾਂ ਦਾ ਸ਼ਬਦ ਗਿਆਨ ਆਪਣੇ ਪੱਲੇ ਬੰਨ ਲਾ। ਜਿਸ ਤਰ੍ਹਾਂ ਸਾਨੂੰ ਕਈ ਬਜ਼ੁਰਗ ਨਹੀਂ ਸਾਡੀਆਂ ਕਹਿ ਦਿੰਦੀਆਂ ਵੀ ਆਹ ਗੱਲ ਆ, ਲੜ ਗੱਠ ਬੰਨ ਲਓ। ਸਮਝਾਉਂਦੇ ਆ ਸਾਨੂੰ ਸਾਡੇ ਬਜ਼ੁਰਗ, ਜਦੋਂ ਕਹਿੰਦੇ ਆ ਗੱਲ ਲੜ ਗੱਠ ਬੰਨ ਲਓ। ਇਸੇ ਤਰ੍ਹਾਂ ਗੁਰੂ ਸਾਹਿਬਾਨ ਸਮਝਾ ਰਹੇ ਆ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਪੰਨਾ 680 ਤੇ
ਫੇਰ ਫਰਮਾਉਂਦੇ ਆ 386 ਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਕਾ ਸੱਚ ਸ਼ਬਦ ਕਮਾਵਿਓ, ਕਮਾਵਿਓ ਭਾਵ ਆਖੇ ਲੱਗਿਓ। ਫਿਰ ਫਰਮਾਉਂਦੇ ਆ ਪੰਨਾ 394 ਤੇ ਕਹਿੰਦੇ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ, ਨਾਨਕ ਤਾਂ ਕੀ ਪਰਮਗਤ ਹੋਏ। ਅੰਮ੍ਰਿਤ ਸ਼ਬਦ ਪੀਵੇ ਭਾਵ ਸਮਝੇ, ਅੰਮ੍ਰਿਤ ਸ਼ਬਦ ਪੀਵੇ ਜਨ ਕੋਏ, ਨਾਨਕ ਤਾਂ ਕੀ ਪਰਮਗਤ ਹੋਏ। ਆਤਮਿਕ ਉੱਚੀ ਅਵਸਥਾ, ਆਤਮਿਕ ਸੂਝ ਆਉਂਦੀ ਆ ਗੁਰਾਂ ਦਾ ਸ਼ਬਦ ਗਿਆਨ ਸਮਝਣ ਦੇ ਨਾਲ। ਕਿਸੇ ਕਰਮਕਾਂਡ ਕਰਨ ਦੇ ਨਾਲ ਸਾਨੂੰ ਕੋਈ ਆਤਮਿਕ ਸੂਝ ਨਹੀਂ ਆਉਂਦੀ। ਇਸੇ ਕਰਕੇ ਵਾਰ-ਵਾਰ ਸਾਨੂੰ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਗਿਆਨ ਦੇ ਲੜ ਲਾ ਰਹੇ ਆ, ਨਾ ਕਿ ਕਿਸੇ ਪਖੰਡੀ ਰਸਮ ਦੇ ਲੜ ਲਾਉਂਦੇ ਨੇ। ਅਸੀਂ ਇਸ ਤਰ੍ਹਾਂ ਦਾ ਗਿਆਨ ਤਾਂ ਪੜ੍ਹ ਕੇ ਭੁੱਲ ਹੀ ਜਾਂਦੇ ਹਾਂ। ਕਰਮਕਾਂਡੀ ਰਸਮ ਅਸੀਂ ਯਾਦ ਰੱਖਦੇ ਵੀ ਆਹ ਕਰਨਾ, ਆਹ ਨਾ ਕੀਤਾ ਐ ਨਾ ਹੋ ਜੇ, ਆਹ ਨਾ ਕੀਤਾ ਆਹ ਨਾ ਹੋ ਜੇ। ਇਹ ਗੱਲਾਂ ਆਪਾਂ ਯਾਦ ਰੱਖਦੇ ਹਾਂ। ਸ਼ਬਦ ਗਿਆਨ ਨੂੰ ਬਹੁਤ, ਉਹਨਾਂ ਦੇ ਉਪਦੇਸ਼ ਨੂੰ ਬਹੁਤ ਪਿੱਛੇ ਛੱਡ ਲਿਆ। ਜਾਂ ਮਨ ਘੜਤ ਸਾਖੀਆਂ, ਹਾਂ ਪਖੰਡੀ ਜਿਨ੍ਹਾਂ ਦਾ ਕੋਈ ਸਬੂਤ ਨਹੀਂ, ਉਹ ਸੁਣਦੇ ਆ, ਸ਼ਬਦ ਤੋਂ ਭੱਜਦੇ ਆ। ਹੈ ਦੱਸ, ਇਹ ਸਤਿਕਾਰ ਆ ਗੁਰਾਂ ਦਾ ਵੀ ਅਸੀਂ ਤੁਹਾਡਾ ਬਚਨ ਨਹੀਂ ਸੁਣ ਸਕਦੇ, ਨਾ ਅਸੀਂ ਆਖੇ ਲੱਗ ਸਕਦੇ ਹਾਂ, ਤੁਹਾਨੂੰ ਮੱਥਾ ਟੇਕਿਆ। ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਪੰਨਾ 61 ਤੇ ਫਰਮਾਉਂਦੇ, ਕਹਿੰਦੇ ਅੱਖਰ ਪੜ੍ਹ ਭੁੱਲੀਏ ਭੇਖੀ ਬਹੁਤ ਅਭਿਮਾਨ, ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ। ਅੱਖਰ ਇਸ ਤਰ੍ਹਾਂ ਦੇ ਉਪਦੇਸ਼ ਤਾਂ ਪੜ੍ਹ ਕੇ ਭੁੱਲਦੇ ਹਾਂ ਅਸੀਂ ਮਨ ਦੀ ਮੱਤ ਦੇ ਨਾਲ, ਜਦੋਂ ਕਿ ਗੁਰੂ ਸਾਹਿਬਾਨ ਕਹਿੰਦੇ ਮਨ ਦੀ ਮੱਤ ਛੱਡ ਦਿਓ। ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਚੌਥੇ ਪਾਤਸ਼ਾਹ ਜੀ ਨੇ। ਚੌਥੇ ਪਾਤਸ਼ਾਹ ਜੀ ਫਰਮਾਉਂਦੇ ਆ ਪੰਨਾ 800 ਤੇ, ਕਹਿੰਦੇ ਮਨ ਕੀ ਮੱਤ ਤਿਆਗਿਓ ਹਰਜਨ। ਇਸ ਤਰ੍ਹਾਂ ਦੀ ਮੱਤ ਜਿਹੜੀ ਪਖੰਡੀ ਸਾਨੂੰ ਝਮੇਲਿਆਂ 'ਚ ਪਾਉਂਦੀ ਆ, ਘਰਾਂ 'ਚ ਲੜਾਈ ਝਗੜੇ ਕਲੇਸ਼ ਕਰਵਾਉਂਦੀ ਆ, ਉਹ ਮੱਤ ਛੱਡ ਦਿਓ। ਇਹ ਨਹੀਂ ਅਸੀਂ ਕਹਿ ਦਾਂਗੇ, ਕਿਸੇ ਕਹਿ ਸਕਦੇ ਵੀ ਤੂੰ ਮਨ ਦੀ ਮੱਤ ਛੱਡ ਦੇ, ਡਾਕਟਰੀ ਨਾ ਕਰ, ਜਾਂ ਬੱਚੇ ਨੂੰ ਕਿਸੇ ਨੂੰ ਵੀ ਤੂੰ ਪੜ੍ਹਨਾ ਜਾਂ ਕੋਈ ਤਰੱਕੀ ਨਾ ਕਰ, ਉਹ ਮਨ ਦੀ ਮੱਤ ਨੂੰ ਨਹੀਂ ਕਹਿ ਰਹੇ। ਇਸ ਤਰ੍ਹਾਂ ਦੀ ਮਨ ਦੀ ਮੱਤ ਆ ਜੋ ਪਖੰਡੀ, ਜਿਸ ਤਰ੍ਹਾਂ ਘਰਾਂ 'ਚ ਕਲਾ ਕਲੇਸ਼ ਪੈਂਦੇ ਆ, ਉਹ ਮਨ ਮੱਤ ਨੂੰ ਛੱਡ ਦਿਓ। ਗੁਰੂ ਸਾਹਿਬਾਨ ਕਹਿੰਦੇ ਚੌਥੇ ਪਾਤਸ਼ਾਹ ਜੀ ਪੰਨਾ 800 ਤੇ, ਕਹਿੰਦੇ ਮਨ ਕੀ ਮੱਤ ਤਿਆਗਿਓ ਹਰਜਨ। ਤਿਆਗਿਓ ਹੁੰਦਾ ਛੱਡ ਦੇਣਾ। ਇਹ ਬਾਤ ਕਠੈਨੀ ਪਰ ਹੈ ਔਖੀ, ਪਰ ਛੱਡ ਦੋ। ਕਹਿੰਦੇ ਅੰਨ ਦਿਨ ਹਰ ਹਰ ਨਾਮ ਧਿਆਵਿਓ, ਗੁਰੂ ਸਤਿਗੁਰ ਕੀ ਮੱਤ ਲੈਣੀ। ਅੰਨ ਦਿਨ ਹੁੰਦਾ ਹਰ ਰੋਜ਼ ਨਾਮ ਨੂੰ ਧਿਆਵੋ, ਸਤਿਗੁਰਾਂ ਦੀ ਮੱਤ ਲੈ ਕੇ। ਕਿਉਂਕਿ ਗੁਰਾਂ ਦੇ ਸ਼ਬਦ ਗਿਆਨ ਨੂੰ ਸਮਝਣ ਲਈ ਸਾਨੂੰ ਕੋਈ ਰਸਮ ਕਰਨ ਦੀ ਥੋੜੀ ਲੋੜ ਆ। ਹਰ ਕੋਈ ਪੜ੍ਹ ਨਹੀਂ ਸਕਦਾ, ਸਮਝ ਨਹੀਂ ਸਕਦਾ। ਗੁਰੂ ਘਰਾਂ ਦੇ ਵਿੱਚ ਜਾਵੋ, ਪਰ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦਾ ਸਹੀ ਗਿਆਨ ਸਮਝਾਉਣਾ ਚਾਹੀਦਾ ਪਾਠੀਆਂ ਨੂੰ, ਗਿਆਨੀਆਂ ਨੂੰ। ਗਿਆਨ ਵੀ ਗੁਰੂ ਸਾਹਿਬਾਨ ਇਹ ਕਹਿ ਰਹੇ ਆ। ਜਾਂ ਜਦੋਂ ਅਸੀਂ ਘਰੇ ਪਾਠ ਕਰਾਉਂਦੇ ਆ, ਜੋ ਗ੍ਰੰਥੀ ਹੁੰਦਾ ਬਾਬਾ ਜੀ, ਉਹ ਸਾਨੂੰ ਇਸ ਤਰ੍ਹਾਂ ਦਾ ਉਪਦੇਸ਼ ਵਿੱਚੋਂ ਸਮਝਾਵੇ। ਬਾਬਾ ਤਾਂ ਆਪ ਦੀ ਵੀ ਸੇਵਾ ਕਰਾਉਣ ਬਹਿ ਜਾਂਦਾ, ਬਾਬੇ ਨੇ ਆਹ ਨਹੀਂ ਖਾਣਾ, ਬਾਬੇ ਦਾ ਪ੍ਰਸ਼ਾਦਾ ਤਿਆਰ ਹੋ ਗਿਆ, ਬਾਬੇ ਨੂੰ ਚਾਹੀਦਾ ਵੀ ਬੀਬੀ ਉਹ ਜੋ ਬਣਿਆ ਮੈਂ ਖਾ ਲੂੰ, ਤੁਸੀਂ ਸ਼ਬਦ ਬੈਠ ਕੇ ਸਮਝੋ ਵੀ ਗੁਰੂ ਸਾਹਿਬਾਨ ਆਹ ਸਮਝਾ ਰਹੇ ਆ। ਇਹ ਚਾਹੀਦਾ, ਇਹ ਸੱਚਾ ਸਤਿਕਾਰ ਆ ਗੁਰਾਂ ਦਾ, ਉਹਨਾਂ ਦੇ ਉਪਦੇਸ਼ ਦੇ ਆਖੇ ਲੱਗਣਾ। ਅਸੀਂ ਉਲਟ ਕਰਦੇ ਹਾਂ, ਜੋ ਗੁਰੂ ਸਾਹਿਬਾਨ ਕਹਿੰਦੇ ਅਸੀਂ ਉਹਨਾਂ ਦੇ ਉਲਟ ਕਰਦੇ ਹਾਂ। ਫਿਰ ਫਰਮਾਉਂਦੇ ਆ ਭਗਤ ਕਬੀਰ ਜੀ ਪੰਨਾ 1365 ਤੇ, ਕਹਿੰਦੇ ਕਬੀਰ ਪ੍ਰੀਤ ਕਿਸਿਓ ਕੀਏ ਆਨੰਦ ਵਿਦਾ ਜਾਏ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੰਡਾਏ। ਕਬੀਰ ਪ੍ਰੀਤ, ਭਗਤ ਜੀ ਸਮਝਾ ਰਹੇ ਆ ਕਿ ਇੱਕ ਪਰਮਾਤਮਾ ਨਾਲ ਪ੍ਰੀਤ ਕਰੋ, ਭਾਵੇਂ ਲੰਮੇ ਕੇਸ ਕਰੋ, ਭਾਵੇਂ ਬਾਲ ਕਟਾ ਲਓ। ਇਹ ਸਮਝਾ ਰਹੇ ਆ। ਕਿਸੇ ਤਰ੍ਹਾਂ ਦੇ ਪਹਿਰਾਵੇ ਨੂੰ ਗੁਰੂ ਸਾਹਿਬਾਨ ਮਹੱਤਤਾ ਨਹੀਂ ਦੇ ਰਹੇ। ਕਿਸੇ ਤਰ੍ਹਾਂ ਦੀ ਕਰਮਕਾਂਡ ਨੂੰ ਮਹੱਤਤਾ ਨਹੀਂ ਦੇ ਰਹੇ। ਬਾਰ-ਬਾਰ ਕਹਿ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਾਡੇ ਸ਼ਬਦਾਂ ਦੇ ਲੜ ਲੱਗੋ। ਪੰਨਾ 344 ਤੇ ਭਗਤ ਕਬੀਰ ਜੀ ਸਮਝਾਉਂਦੇ, ਕਹਿੰਦੇ ਦੁਬਿਧਾ ਮੇਟ ਖਿਮਾ ਗਏ ਰਹੋ, ਕਰਮ ਧਰਮ ਕੀ ਸੂਲ ਨਾ ਸਹੋ। ਵੀ ਮੇਰਾ ਵੱਡਾ ਧਰਮ ਆ, ਮੇਰਾ ਇਹ ਧਰਮ ਆ, ਤੇਰਾ ਉਹ ਧਰਮ ਆ, ਇਹ ਸੂਲ ਨਾ ਸਹੋ। ਦੁਬਿਧਾ ਮੇਟ ਖਿਮਾ ਗਹਿ ਰਹੋ,
ਇੱਕ ਦੂਸਰੇ ਨੂੰ ਮਾਫ ਕਰੋ, ਪਿਆਰ ਨਾਲ ਰਹੋ, ਕਰਮ ਧਰਮ ਦੀ ਸੂਲ ਨਾ ਸਹੋ। ਇਹ ਸਮਝਾਉਂਦੇ ਆ ਭਗਤ ਕਬੀਰ ਜੀ। ਧੰਨ ਧੰਨ ਪੰਜਵੀਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ। ਤੁਹਾਡੀ ਉੱਚੀ ਸੋਚ ਦੀ ਸਦਕੇ।